ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਪੁਆਧੀ ਟੀਵੀ ਦੇਖ ਰਹੇ ਹੋ। ਮੈਂ ਹਾਂ ਧਨਵੰਤ ਸਿੰਘ ਘੁਮਾਣ, ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵਾਂ ਮੁੱਦਾ, ਜਿਹਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਅਬਦੁਲ ਮਜੀਦ ਜੀ, ਜਿਹੜੇ ਕਿ ਵੈਟਰਨਰੀ ਡਾਕਟਰ ਐਸੋਸੀਏਸ਼ਨ ਦੇ ਜਿਹੜੇ ਸੂਬਾ ਪ੍ਰਧਾਨ ਨੇ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਣ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂ, ਧੰਨਵਾਦ ਜੀ। ਡਾਕਟਰ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਡਾਕਟਰ ਅੱਜ ਕੱਲ੍ਹ ਬਹੁਤ ਜ਼ਿਆਦਾ ਰੋਸ ਕਰ ਰਹੇ ਨੇ ਜੀ, ਸਰਕਾਰ ਦੇ ਨਾਲ ਰੋਸ ਪ੍ਰਦਰਸ਼ਨ ਚੱਲ ਰਹੇ ਨੇ। ਜਿਸ ਤਰ੍ਹਾਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਤੇ ਟੀਚਰਾਂ ਦਾ ਧਰਨਾ ਚੱਲ ਰਿਹਾ, ਇਸ ਦੇ ਨਾਲ ਨਾਲ ਡਾਕਟਰਾਂ ਦਾ ਜਿਹੜਾ ਧਰਨਾ ਚੱਲ ਰਿਹਾ ਹੈ, ਇਹਦੇ ਬਾਰੇ ਲੋਕਾਂ ਨੂੰ ਸਿਰਫ ਇੰਨਾ ਤਾਂ ਪਤਾ ਕਿ ਡਾਕਟਰਾਂ ਦਾ ਧਰਨਾ ਚੱਲ ਰਿਹਾ, ਪਰ ਮਸਲਾ ਕੀ ਹੈ? ਧਨਵੰਤ ਜੀ, ਜਿਹੜਾ ਮਸਲੇ ਦੀ ਆਪਾਂ ਗੱਲ ਕਰੀਏ, ਜਿਹੜਾ ਇਮੀਡੀਏਟ ਮਸਲਾ ਹੈ ਉਹ ਇਹ ਹੈ ਕਿ ਜੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ 6ਵਾਂ ਪੇ ਕਮਿਸ਼ਨ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਤੇ ਜੀ ਉਸ ਪੇ ਕਮਿਸ਼ਨ ਦੇ ਵਿੱਚ ਡਾਕਟਰਾਂ ਦੀ ਜਿਹੜੀ ਤਨਖਾਹ ਦਾ ਇੱਕ ਵੱਡਾ ਪਾਰਟ ਹੁੰਦਾ, ਜਿਹਨੂੰ ਨਾਨ ਪ੍ਰੈਕਟਿਸ ਅਲਾਉਂਸ NPA ਕਹਿੰਦੇ ਆ, ਉਹਦੇ ਜੀ ਵਿੱਚ ਕੱਟ ਲਗਾ ਦਿੱਤਾ ਗਿਆ। ਪਹਿਲਾਂ 25% ਸੀਗਾ ਤੇ ਉਹਨੂੰ ਘਟਾ ਜੀ ਕੇ 20% ਦੀ ਜਿਹੜੀ ਹੈਗੀ ਆ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਇਸ ਤਰੀਕੇ ਜੀ ਨਾਲ ਜਿਹੜਾ ਹੈਗਾ ਸਿੱਧਾ 5% ਦਾ ਇੱਕ ਤਾਂ ਗੈਪ ਹੈਗਾ। ਦੂਸਰੇ ਨੰਬਰ ਦੇ ਉੱਪਰ ਉਹ ਜਿਹੜਾ NPA ਹੁੰਦਾ ਸੀ, ਉਹ ਜਿਹੜੀ ਬੇਸਿਕ ਪੇ ਹੁੰਦੀ ਆ ਉਹਦਾ ਹਿੱਸਾ ਹੁੰਦਾ ਸੀ। ਇਹਨਾਂ ਨੇ ਕੀ ਕੀਤਾ, ਉਹਨੂੰ ਬੇਸਿਕ ਪੇ ਦੇ ਨਾਲੋਂ ਵੀ ਡੀਲਿੰਕ ਕਰ ਦਿੱਤਾ ਤੇ ਇਹ ਵੀ ਲਿਖ ਦਿੱਤਾ ਕਿ ਇਹਦਾ ਜਿਹੜਾ ਪੈਨਸ਼ਨ ਨੂੰ ਕਾਊਂਟ ਕਰਨ ਲਈ, ਸੈਲਰੀ ਕਾਊਂਟ ਕਰਨ ਲਈ ਇਹ ਬੇਸਿਕ ਦਾ ਹਿੱਸਾ ਨਹੀਂ ਰਹੇਗਾ। ਇਹ ਜੀ ਵੱਡਾ ਮੁੱਦਾ ਹੈ ਕਿ NPA ਜਿਹੜਾ ਹੈਗਾ ਘਟਾ ਦਿੱਤਾ ਗਿਆ। ਇੱਥੇ ਜੇ ਅਸੀਂ ਗੱਲ ਕਰੀਏ, ਜਿਹੜੇ ਆਮ ਲੋਕ ਸ਼ਾਇਦ ਇਹ ਗੱਲ ਸੁਣ ਰਹੇ ਹੋਣਗੇ, ਬੜੇ ਸਾਰੇ ਮੀਡੀਆ ਦੇ ਉੱਪਰ ਪ੍ਰਚਾਰੀ ਵੀ ਜਾ ਰਹੀ ਆ, ਤੁਹਾਡੇ ਵਰਗੇ ਮਾਧਿਅਮ ਦੇ ਰਾਹੀਂ ਇਹ ਗੱਲ ਪਹੁੰਚ ਵੀ ਰਹੀ ਆ ਕਿ ਡਾਕਟਰਾਂ ਦਾ NPA ਕੱਟਿਆ ਗਿਆ ਤੇ ਉਹ ਇਸ ਵੇਲੇ ਧਰਨੇ ਲਾ ਰਹੇ ਨੇ, ਮੁਜ਼ਾਹਰੇ ਲਾ ਰਹੇ ਨੇ, OPD ਸਰਵਿਸਿਜ਼ ਬੰਦ ਕਰ ਰਹੇ ਨੇ, ਐਮਰਜੈਂਸੀ ਸਰਵਿਸਿਜ਼ ਬੰਦ ਕਰ ਰਹੇ ਨੇ। ਕਈ ਥਾਵਾਂ ਤੋਂ ਤੁਸੀਂ ਖਬਰਾਂ ਦੇਖਦੇ ਹੋ ਕਿ ਮਰੀਜ਼ ਸਟੈਚਰ ਦੇ ਉੱਪਰ ਲੇਟੇ ਪਏ ਆ ਤੇ ਜਿਹੜੇ ਡਾਕਟਰ ਹੈਗੇ ਨੇ ਅਵੇਲੇਬਲ ਨਹੀਂ ਹੈਗੇ। ਇਹ ਸਭ ਕੁਝ ਹੈ। NPA ਦੀ ਗੱਲ ਤਾਂ ਕਾਫੀ ਸਾਰੀ ਚੱਲ ਵੀ ਰਹੀ ਆ, ਲੇਕਿਨ ਕੱਲਾ ਮਾਮਲਾ NPA ਦਾ ਨਹੀਂ ਹੈ। ਇੱਥੇ ਮਾਮਲਾ ਹੈ ਧੋਖਾਧੜੀ ਦਾ, ਕਿਉਂਕਿ ਪਿਛਲੇ ਡਾਕਟਰ ਸਾਹਿਬ, ਸਾਲ ਪਹਿਲਾਂ ਸਾਨੂੰ NPA ਸਮਝਾ ਦਿਓ ਜੀ, NPA ਦਾ ਮਤਲਬ ਕੀ ਹੈ? ਜੀ NPA ਨੂੰ ਜੇ ਅਸੀਂ ਸਿੱਧੇ ਸ਼ਬਦਾਂ 'ਚ ਦੇਖੀਏ ਤਾਂ ਨਾਨ ਪ੍ਰੈਕਟਿਸ ਅਲਾਉਂਸ ਕਹਿੰਦੇ ਨੇ। ਨਾਨ ਜੀ ਪ੍ਰੈਕਟਿਸ ਅਲਾਉਂਸ ਤੋਂ ਏਦਾਂ ਜੇ ਲੱਗਦਾ ਵੀ ਸ਼ਾਇਦ ਡਾਕਟਰ ਪ੍ਰੈਕਟਿਸ ਨਾ ਕਰਨ, ਵੀ ਉਹਦੇ ਲਈ ਇਹਨਾਂ ਨੂੰ ਜੀ ਪੈਸੇ ਦੇ ਦਿਓ। ਜਦ ਕਿ ਇਹ ਅਸੀਂ ਦੇਖੀਏ ਤਾਂ ਇਹ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਮਿਸਨੋਮਰ ਆ। ਇਸ ਤੋਂ ਗਲਤ ਲੱਗਦਾ ਵੀ ਡਾਕਟਰਾਂ ਨੂੰ ਕਿਉਂਕਿ NPA ਮਿਲਦਾ, ਇਸ ਕਰਕੇ ਇਹ ਪ੍ਰੈਕਟਿਸ ਨਹੀਂ ਕਰ ਸਕਦੇ। ਓਵਰਆਲ ਜੇ ਜੀ ਦੇਖਿਆ ਜਾਵੇ ਤਾਂ NPA ਕੋਈ ਅਜਿਹਾ ਅਲਾਉਂਸ ਨਹੀਂ ਹੈ ਜਿਹੜਾ ਉਹਨੂੰ ਪ੍ਰੈਕਟਿਸ ਤੋਂ ਰੋਕਦਾ। ਜਿਹੜਾ ਜੀ ਡਾਕਟਰ ਨੇ ਇੱਕ ਨੇ ਡਿਗਰੀ ਕਰ ਆਂਦੀ ਆ ਤੇ ਉਹ ਪ੍ਰੈਕਟਿਸ ਤਾਂ ਕਰ ਸਕਦਾ, ਲੇਕਿਨ ਜੀ ਕਿਉਂਕਿ ਉਹਨੇ ਆਪਣੀਆਂ ਸਾਰੀਆਂ ਸੇਵਾਵਾਂ ਸਰਕਾਰ ਨੂੰ ਦੇ ਦਿੱਤੀਆਂ ਨੇ, ਇਸ ਜੀ ਕਰਕੇ ਉਹਨੇ ਜਿਹੜੀ ਪ੍ਰੈਕਟਿਸ ਕਰਨੀ ਆ ਆਪਣੇ ਹਸਪਤਾਲਾਂ ਅਤੇ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਦੇ ਉਹਦੇ ਅਕੋਰਡਿੰਗਲੀ ਹੀ ਕਰਨੀ ਆ। ਪਰਸਨਲ ਤੌਰ ਤੇ ਉਸਨੇ ਕੁਝ ਨਹੀਂ ਕਰਨਾ। ਜੇ ਅਸੀਂ ਜੀ ਇਹਨੂੰ ਹੋਰ ਸਿੱਧੇ ਸ਼ਬਦਾਂ 'ਚ ਦੇਖੀਏ, NPA ਮਿਲਦਾ ਕਿਉਂ ਆ? ਬੇਸਿਕਲੀ ਨਾਨ ਪ੍ਰੈਕਟਿਸ ਅਲਾਉਂਸ ਕੋਈ ਅਜਿਹਾ ਅਲਾਉਂਸ ਨਹੀਂ ਹੈ ਜਿਹੜਾ ਉਹਨੂੰ ਪ੍ਰੈਕਟਿਸ ਤੋਂ ਰੋਕਦਾ। ਇਹ ਜੀ ਬੇਸਿਕਲੀ ਅਲਾਉਂਸ ਅਜਿਹਾ ਅਲਾਉਂਸ ਆ ਜਿਹੜਾ ਕਿ ਡਾਕਟਰ ਨੂੰ ਲੰਬੀ ਡਿਗਰੀ ਹੋਣ ਕਰਕੇ ਦਿੱਤਾ ਜੀ ਜਾਂਦਾ, ਇੱਕ ਭੱਤੇ ਦੇ ਰੂਪ 'ਚ ਦਿੱਤਾ ਜਾਂਦਾ ਵੀ ਇਹਦੀ ਜਿਹੜੀ ਐਂਟਰੀ ਸੀਗੀ ਸਰਕਾਰ ਦੇ ਵਿੱਚ ਆਉਣ ਲਈ ਲੇਟ ਹੋਈ ਆ। ਅਸੀਂ ਮੋਟੇ ਤੌਰ ਜੀ ਤੇ ਦੇਖੀਏ ਤੇ ਜਿਹੜੀ MBBS ਦੀ, BVSC ਦੀ ਜਿਹੜੀਆਂ ਇਹ ਡਿਗਰੀਜ਼ ਹੈਗੀਆਂ ਨੇ ਡਾਕਟਰੀ ਦੀਆਂ, ਪਹਿਲਾਂ ਤਾਂ 10+2 ਮੈਡੀਕਲ ਨਾਲ ਕਰੋ। ਅੱਜ ਕੱਲ੍ਹ ਨੀਟ ਦਾ ਐਗਜ਼ਾਮ ਹੁੰਦਾ, ਜਿਹੜਾ ਕਿ ਬੜਾ ਔਖਾ ਕੰਮ ਆ। ਕਈ ਬੱਚਿਆਂ ਨੂੰ ਪਹਿਲੇ ਸਾਲ 'ਚ ਐਡਮਿਸ਼ਨ ਮਿਲ ਜਾਂਦੀ ਆ। ਬੜੀਆਂ ਮਹਿੰਗੀਆਂ ਡਿਗਰੀਆਂ ਨੇ, ਉਹਨਾਂ ਦੇ ਕਰਨ ਦੇ ਬਾਅਦ ਉਹ ਆਪਣੀ ਜੀ ਸਰਵਿਸ ਦੇ ਵਿੱਚ ਆਉਂਦਾ। ਇੱਕ ਜੀ ਆਮ ਵਿਅਕਤੀ, ਆਮ ਕੈਂਡੀਡੇਟ 22 ਸਾਲ ਦੇ ਵਿੱਚ BA ਕਰ ਲੈਂਦਾ, ਲੇਕਿਨ ਜੀ ਜਦੋਂ ਤੁਸੀਂ MBBS ਜਾਂ ਪ੍ਰੋਫੈਸ਼ਨਲ ਡਿਗਰੀ ਕਰਨੀ ਆ, ਤੁਹਾਨੂੰ 25 ਸਾਲ ਲੱਗ ਜਾਣੇ ਨੇ। 3 ਸਾਲ ਦੀ ਤੁਹਾਡੀ ਜ਼ਿਆਦਾ ਡਿਗਰੀ ਹੋਏਗੀ। ਓਵਰਆਲ ਜੇ ਅਸੀਂ ਦੇਖੀਏ ਤੇ 25 ਸਾਲ, 26 ਸਾਲ, 27 ਸਾਲ ਦੀ ਉਮਰ ਦੇ ਵਿੱਚ ਡਾਕਟਰ ਨੌਕਰੀ ਦੇ ਵਿੱਚ ਆਉਂਦਾ, ਲੇਕਿਨ ਜਿਹੜਾ ਦੂਸਰਾ BA ਵਾਲਾ ਬੰਦਾ ਹੈਗਾ ਉਹ 22 ਸਾਲ ਦੀ ਨੌਕਰੀ 'ਚ ਆ ਜਾਂਦਾ। 3 ਸਾਲ, 4 ਸਾਲ ਦਾ ਗੈਪ ਸਿੱਧਾ ਹੁੰਦਾ। ਸਰਕਾਰ ਜੀ ਨੇ ਕੀ ਕੀਤਾ ਵੀ ਕਿਉਂਕਿ ਇਹਦੀ ਲੇਟ ਐਂਟਰੀ ਹੁੰਦੀ ਆ ਪ੍ਰੋਫੈਸ਼ਨ ਦੇ ਵਿੱਚ, ਇਸ ਹਾਂਜੀ ਹਾਂਜੀ ਕਰਕੇ ਇੱਕ ਸਪੈਸ਼ਲ ਅਲਾਉਂਸ ਦਿੱਤਾ ਵੀ ਤੁਹਾਡੀ ਲੇਟ ਐਂਟਰੀ ਕਰਕੇ, ਤੁਹਾਡੀ ਡਿਗਰੀਆਂ ਔਖੀਆਂ ਹੋਣ ਕਰਕੇ ਤੁਹਾਨੂੰ ਇੱਕ ਸਪੈਸ਼ਲ ਅਲਾਉਂਸ ਦਿੱਤਾ ਗਿਆ। ਇਸ ਕਰਕੇ ਇਹ NPA ਜਿਹੜਾ ਹੈ ਕੋਈ ਪ੍ਰੈਕਟਿਸ ਦੇ ਨਾਲ ਇਹਦਾ ਲਿੰਕ ਨਹੀਂ ਹੈਗਾ। ਇਹਦਾ ਜਿਹੜਾ ਲਿੰਕ ਹੈਗਾ ਡਾਕਟਰ ਕਿਉਂਕਿ ਲੇਟ ਉਹਦੇ ਵਿੱਚ ਸਰਵਿਸ ਦੇ ਵਿੱਚ ਆਇਆ, ਉਸ ਦੇ ਵਾਸਤੇ ਆ ਜੀ। ਜੀ ਡਾਕਟਰ ਸਾਹਿਬ, ਤੇ ਤਨਖਾਹਾਂ ਵਿੱਚ ਜਿਹੜੀ ਕਟੌਤੀ ਕੀਤੀ ਗਈ ਆ, RFA, HRA ਤੇ RA, ਇਹ ਮੋਬਾਈਲ ਭੱਤਾ ਵਗੈਰਾ, ਇਹਨਾਂ ਚੀਜ਼ਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਇਸ ਕਟੌਤੀ ਦੇ ਉੱਤੇ ਕੀ ਮਸਲਾ ਜੀ? ਜੀ
ਜਿਹੜੀ ਅੱਜ-ਕੱਲ੍ਹ ਖਬਰ ਡਾਕਟਰਾਂ ਦੇ ਨਾਲ ਲਿੰਕਡ ਆ ਰਹੀ ਆ, ਉਹ ਇਹ ਆ ਕਿ ਇਹਨਾਂ ਦਾ ਐਨਪੀਏ ਕੱਟਿਆ ਗਿਆ, ਇਸ ਕਰਕੇ ਰੌਲਾ ਪਾ ਰਹੇ ਨੇ। ਤੇ ਮੋਰ ਜੀ, ਓਵਰ ਕਈ ਥਾਵਾਂ ਤੇ ਇਹ ਲੱਗ ਵੀ ਰਿਹਾ ਵੀ ਸਿਰਫ ਮਸਲਾ ਇੰਨਾ ਕਾ, ਲੇਕਿਨ ਮਸਲਾ ਜੀ, ਇੰਨਾ ਕੁ ਨਹੀਂ ਹੈ। ਜਿਹੜਾ ਐਨਪੀਏ ਹੈਗਾ ਉਹ ਤਾਂ ਸਿਰਫ 5% ਘਟਾਇਆ ਗਿਆ, ਲੇਕਿਨ ਉਸ ਤੋਂ ਬਿਨਾਂ ਇੱਕ ਰੈਂਟ ਫ੍ਰੀ ਅਕੋਮੋਡੇਸ਼ਨ, ਜਿਸ ਥਾਂ ਦੇ ਉੱਪਰ ਪੋਸਟਿੰਗ ਹੈ, ਉਸ ਥਾਂ ਦੇ ਉੱਪਰ ਐਮਰਜੈਂਸੀ ਸੇਵਾਵਾਂ ਦੇਣ ਲਈ 24 ਘੰਟੇ ਦੇ ਲਈ ਇੱਕ ਜੀ, ਪ੍ਰੋਵੀਜ਼ਨ ਦਿੱਤੀ ਗਈ ਸੀ, ਜਿਹਦੇ ਵਿੱਚ 6% ਜਿਹੜਾ ਸੀਗਾ 5% 5% ਜਿਹੜਾ ਸੀਗਾ ਰੈਂਟ ਫ੍ਰੀ ਅਕੋਮੋਡੇਸ਼ਨ ਦਿੱਤੀ ਗਈ ਸੀ। ਉਹ ਜੀ, ਬੇਸਿਕ ਨਾਲ ਕਾਊਂਟ ਹੁੰਦੀ ਆ। ਤੇ ਉਸ ਤੋਂ ਬਿਨਾਂ ਜਿਹੜੇ ਡਾਕਟਰਾਂ ਦੀ ਪੋਸਟਿੰਗ ਪਿੰਡਾਂ ਦੇ ਏਰੀਏ ਦੇ ਵਿੱਚ ਹੈਗੀ ਆ, ਉਹਨਾਂ ਨੂੰ ਰੂਰਲ ਅਲਾਉਂਸ ਮਿਲਦਾ ਸੀ। ਇਹਨਾਂ ਨੇ ਜੀ, ਆਰਐਫ ਕੱਟ ਕਰਤਾ ਸਿੱਧਾ 5%। ਰੂਰਲ ਅਲਾਉਂਸ ਹੈਗਾ 6% ਤੋਂ ਘੱਟ ਕਰਕੇ 5% ਤੇ ਕਰਤਾ। ਮੋਬਾਈਲ ਦੇ ਵਿੱਚ ਪੇ ਕਮਿਸ਼ਨ ਨੇ ਕਿਹਾ ਸੀ ਕਿ 750 1000 ਇਹ ਮਿਲਣਾ ਚਾਹੀਦਾ, ਲੇਕਿਨ ਨਾਲ ਦੀ ਨਾਲ ਇਹਨਾਂ ਨੇ ਉਹਨੂੰ ਵਧਾਉਣ ਦੀ ਥਾਂ ਤੇ ਉਹਨੂੰ ਜਿੱਥੇ ਜੋ ਪਹਿਲਾਂ ਚੱਲਦਾ ਸੀ ਉੱਥੇ ਹੀ ਰਹਿਣ ਦਿੱਤਾ। ਇਸ ਕਰਕੇ ਇਕੱਲਾ ਮਾਮਲਾ ਇੱਥੇ ਐਨਪੀਏ ਦਾ ਨਹੀਂ ਹੈ, ਹੋਰ ਕਈ ਸਾਰੇ ਅਲਾਉਂਸੇਜ ਹੈਗੇ ਨੇ ਜਿਹੜੇ ਕਿ 15 ਤੋਂ 18% ਬਣਦੇ ਨੇ, ਉਹਨਾਂ ਦੇ ਉੱਪਰ ਗੱਲ ਨਹੀਂ ਹੋ ਰਹੀ, ਸਿਰਫ ਐਨਪੀਏ ਦੇ ਉੱਪਰ ਗੱਲ ਹੋ ਰਹੀ ਆ। ਇਹ ਸਾਰੇ ਜਿਹੜੇ ਹੈਗੇ ਨੇ ਕੱਟੇ ਗਏ ਨੇ, ਸਰਕਾਰ ਵੱਲੋਂ ਘਟਾਏ ਗਏ ਨੇ ਜੀ। ਡਾਕਟਰ ਸਾਹਿਬ ਜਿਹੜੇ ਫਿਰ ਇਹ ਘਟਾਏ ਗਏ ਨੇ, ਕਟੌਤੀ ਕੀਤੀ ਗਈ ਆ, ਇਹ ਤਨਖਾਹ ਕਮਿਸ਼ਨ ਹੈ ਜਿਹੜਾ ਉਹਨਾਂ ਨੇ ਜਾਣ-ਬੁੱਝ ਕੇ ਕੀਤਾ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਸ਼ਰਾਰਤ ਕੰਮ ਕਰ ਰਹੀ ਹੈ? ਦੇਖੋ ਜੀ, ਜਿਹੜਾ ਤਨਖਾਹ ਕਮਿਸ਼ਨ ਹੈਗਾ, ਜੇ ਅਸੀਂ ਵੈਸੇ ਸਿਸਟਮ ਦੇ ਵਿੱਚ ਦੇਖੀਏ, ਤਨਖਾਹ ਕਮਿਸ਼ਨ ਹੋ ਗਿਆ, ਕੋਰਟਾਂ ਹੋ ਗਈਆਂ, ਕਚਹਿਰੀਆਂ ਜੀ, ਹੋ ਗਈਆਂ, ਹੋਰ ਅੱਲਮ-ਗਲਮ ਹੋ ਗਿਆ। ਜੇ ਅਸੀਂ ਜੀ, ਓਵਰਆਲ ਦੇਖੀਏ ਤਾਂ ਲਗਭਗ ਇਹ ਸਰਕਾਰ ਦਾ ਹੀ ਪਾਰਟ ਹੁੰਦਾ। ਸਰਕਾਰ ਦੀਆਂ ਨੀਤੀਆਂ ਨੂੰ ਹੀ ਲਾਗੂ ਕਰਦੇ ਨੇ ਤੇ ਸਰਕਾਰ ਦਾ ਹੀ ਜਿਹੜਾ ਇੱਕ ਤਰੀਕੇ ਨਾਲ ਉਹਦਾ ਹੀ ਉਹ ਹੈਗਾ ਜਿਹੜਾ ਭੂਕਣਾ ਹੁੰਦਾ, ਉਹਦੀ ਹੀ ਗੱਲ ਉਹ ਕਰਦੇ ਆ। ਜੀ, ਲੇਕਿਨ ਕਦੇ ਕਿਉਂਕਿ ਕਿਹਾ ਜਾਂਦਾ ਵੀ ਦੇਖੋ ਜੀ, ਸਰਕਾਰ ਇਹ ਜਿਹੜੇ ਲੋਕਤੰਤਰ ਦੇ ਥੰਮ ਨੇ, ਤੇ ਕਦੇ-ਕਦੇ ਜਿਹੜੀ ਲੋਕਾਂ ਦੇ ਅਸਲੀ ਮਸਲੇ ਹੈਗੇ ਨੇ ਉਹ ਵੀ ਵਿਚਾਰੇ ਜਾਂਦੇ ਨੇ। ਪੇ ਕਮਿਸ਼ਨ ਵੈਸੇ ਕਿਹਾ ਜਾਂਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਬਾਡੀ ਹੁੰਦੀ ਆ, ਜਿਹਦਾ ਸਰਕਾਰ ਨੇ ਨਿਯੁਕਤਤਾ ਕਰ ਦਿੰਦੇ ਆ, ਲੇਕਿਨ ਉਹ ਸਰਕਾਰ ਦੇ ਨਾਲ ਉਹਦਾ ਲਿੰਕ ਨਹੀਂ ਹੁੰਦਾ। ਉਹ ਸਿਰਫ ਆਪਣੀਆਂ ਸਿਫਾਰਸ਼ਾਂ ਪੇਸ਼ ਕਰਦੀ ਆ ਸਾਰੇ ਕਾਸੇ ਨੂੰ ਐਨਾਲਿਸਿਸ ਕਰਨ ਦੇ ਬਾਅਦ ਦੇ ਵਿੱਚ, ਤੇ ਸਰਕਾਰ ਨੇ ਉਹਦੇ ਵਿੱਚੋਂ ਜਿਹੜੀਆਂ ਮੰਨਣੀਆਂ ਹੁੰਦੀਆਂ ਨੇ ਮੰਨ ਲੈਂਦੀ ਆ, ਜਿਹੜੀਆਂ ਨਹੀਂ ਮੰਨਣੀਆਂ ਹੁੰਦੀਆਂ ਨਹੀਂ ਮੰਨਦੇ। ਇਸੇ ਤਰੀਕੇ ਨਾਲ ਜੇ ਪੇ ਕਮਿਸ਼ਨ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ, ਪੇ ਕਮਿਸ਼ਨ ਨੇ ਬੜਾ ਕੁਝ ਕਿਹਾ, ਇਹ ਲਗਾ ਦਿੱਤਾ ਜਾਵੇ, ਬੜਾ ਕੁਝ ਕਿਹਾ, ਇਹ ਕੱਟ ਦਿੱਤਾ ਜਾਵੇ, ਲੇਕਿਨ ਸਰਕਾਰ ਨੇ ਕੀ ਕੀਤਾ, ਜਿੱਥੇ ਤਾਂ ਲਗਾਉਣ ਵਾਲੀ ਗੱਲ ਹੋਈ ਉਹ ਲਗਾਇਆ ਨਹੀਂ, ਜਿੱਥੇ ਕੱਟਣ ਵਾਲੀ ਸਿਫਾਰਿਸ਼ ਹੋ ਗਈ ਵੀ ਇਹ ਘਟਾ ਦਿੱਤਾ ਜਾਵੇ, ਉੱਥੇ ਕੱਟ ਦਿੱਤਾ। ਇਸ ਤਰੀਕੇ ਨਾਲ ਜੇ ਪੇ ਕਮਿਸ਼ਨ ਨੂੰ ਪ੍ਰੋਪਰ ਵੇ ਨਾਲ ਦੇਖੀਏ ਤਾਂ ਇੱਕ ਤਰੀਕੇ ਨਾਲ ਉਹ ਸਰਕਾਰ ਦਾ ਹੀ ਜਿਹੜਾ ਭੋਕਣਾ ਹੈਗਾ, ਜਿਹਨੂੰ ਬਜਾ ਰਿਹਾ। ਲੇਕਿਨ ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਲਾਗੂ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਕੀਤਾ। ਅਗਲੀ ਗੱਲ, ਜੇ ਅਸੀਂ ਦੇਖੀਏ ਤਾਂ ਇਹਦੇ ਪਿੱਛੇ ਜਿਹੜਾ ਸ਼ਰਾਰਤੀ ਅਨਸਰ ਹੈ, ਉਹ ਸਾਡਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਆ। ਮਨਪ੍ਰੀਤ ਬਾਦਲ ਜਿਨ੍ਹਾਂ ਨੇ ਪਿਛਲੀ ਸਰਕਾਰ ਦੇ ਵਿੱਚ, ਜਾਂ ਏਦਾਂ ਲੈ ਲਈਏ ਵੀ ਹੁਣ ਤੱਕ ਉਹ 5 ਵਾਰੀ ਐਮਐਲਏ ਬਣ ਚੁੱਕੇ ਆ, ਜੀ, ਖਜ਼ਾਨਾ ਮੰਤਰੀ ਬਣ ਕੇ, ਤੇ ਉਹਨਾਂ ਦਾ ਇੱਕ ਆਈਡੀਅਲਿਜ਼ਮ ਹੈ, ਆਦਰਸ਼ਵਾਦ ਹੈ, ਪਤਾ ਨਹੀਂ ਕੀ ਚਾਹੁੰਦੇ ਨੇ, ਖੁਦ ਕਨਫਿਊਜ਼ ਰਹਿੰਦੇ ਨੇ। ਉਹਨਾਂ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਹੈਗੀ ਆ ਉਹ ਮੰਜੀ ਠੋਕ ਦਿੱਤੀ, ਤੇ ਹੁਣ ਇੱਕ ਤਰੀਕੇ ਨਾਲ ਉਹ ਕਾਂਗਰਸ ਦੀ ਮੰਜੀ ਠੋਕਣ ਲੱਗੇ ਹੋਏ ਨੇ, ਜਿਹੜੀ ਇਸ ਵੇਲੇ ਅਨਪੋਪੁਲੈਰਿਟੀ ਕਾਂਗਰਸ ਦੀ ਹੋਈ ਆ। ਅਦਰਵਾਈਜ਼ ਕਾਂਗਰਸ ਦਾ ਇੱਥੇ ਕਾਫੀ ਅੱਛਾ ਗ੍ਰਾਫ ਚੱਲ ਰਿਹਾ ਸੀ, ਲੇਕਿਨ ਜਦੋਂ ਜੀ, ਤੋਂ ਪੇ ਕਮਿਸ਼ਨ ਦੀ ਸਿਫਾਰਸ਼ਾਂ ਨੋਟੀਫਾਈ ਕੀਤੀਆਂ ਗਈਆਂ, ਉਹ ਤੋਂ ਰੌਲਾ ਪੈ ਗਿਆ। ਤੇ ਇਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਛਾਤਰ ਬੰਦਾ ਹੈਗਾ ਉਹ ਮਨਪ੍ਰੀਤ ਬਾਦਲ ਆ। ਤੇ ਮਨਪ੍ਰੀਤ ਬਾਦਲ ਨੇ ਸਾਰੇ ਜਿਹੜੇ ਇੰਪਲਾਈ ਹੈਗੇ ਨੇ ਉਹ ਇੱਕ ਦੂਜੇ ਪਾਸੇ ਲਾ ਦੇ, ਉਹ ਆਈਡੀਅਲਿਜ਼ਮ ਪੇਸ਼ ਕਰਦੇ ਆ। ਤੇ ਉਹਨਾਂ ਦਾ ਕਹਿੰਦੇ ਕੀ ਆ, ਉਹ ਕਹਿੰਦੇ ਜੀ ਸਾਡੇ ਕੋਲੇ ਜਿੰਨੇ ਕੁ ਪੈਸੇ ਸਾਡੀ ਜੇਬ 'ਚ ਨੇ, ਅਸੀਂ ਉਸ ਉਨੀ ਕੁ ਦੀ ਪਲੈਨਿੰਗ ਕਰੀਏ। ਵੈਸੇ ਸੁਣਨ ਨੂੰ ਵਧੀਆ ਲੱਗਦੀ ਹੈ ਗੱਲ, ਪਰ ਜਿੱਥੋਂ ਤੱਕ ਇਹ ਗੱਲ ਨੂੰ ਲਾਗੂ ਕਰਨ ਵਾਲੀ ਗੱਲ ਆ, ਉਹ ਨਹੀਂ ਕਰ ਪਾਉਂਦੇ। ਜਿੱਥੋਂ ਤੱਕ ਮੁਲਾਜ਼ਮਾਂ ਦੇ ਪੈਸੇ ਕੱਟਣ ਵਾਲੀ ਗੱਲ ਆ, ਮੁਲਾਜ਼ਮ ਬੁਰੇ ਲੱਗਦੇ ਆ, ਉਹਨਾਂ ਦੇ ਕੱਟ ਦਿੱਤੇ। ਲੇਕਿਨ ਇਸੇ ਦੀ ਸਰਕਾਰ ਨੇ ਆਪਣੇ ਐਮਐਲਏ ਦੇ ਪੱਥੇ ਵਧਾਏ ਨੇ। ਉਸ ਤੋਂ ਬਿਨਾਂ ਇਹਨਾਂ ਦੇ ਹੀ ਮੁੱਖ ਮੰਤਰੀ, ਇਹਨਾਂ ਦੇ ਹੀ ਜਿਹੜਾ ਅਲਮ ਗਲਮ ਹੈਗਾ, ਉਹ ਇੰਨੀਆਂ ਪੈਨਸ਼ਨਾਂ ਲੈ ਰਿਹਾ, ਉਹ ਨਹੀਂ ਹਲੇ ਤੱਕ ਕੱਟੀਆਂ। ਮਨਪ੍ਰੀਤ ਬਾਦਲ ਖੁਦ ਹੀ ਦੱਸ ਦੇਣ ਕਿ ਉਹ 5 ਵਾਰੀ ਐਮਐਲਏ ਬਣੇ ਨੇ, ਕਿ ਇਹਨਾਂ ਨੂੰ 5 ਪੈਨਸ਼ਨਾਂ ਨਹੀਂ ਮਿਲ ਰਹੀਆਂ, ਕਿ ਉਹਨਾਂ ਨੇ ਕੱਟ ਦਿੱਤੀਆਂ। ਇਸ ਤਰੀਕੇ ਨਾਲ ਇਹਨਾਂ ਦਾ ਆਪਣਾ ਇੱਕ ਏਜੰਡਾ ਜਿਹਾ ਹੈ, ਆਪਣੀ ਹੀ ਇੱਕ ਦੁਨੀਆ ਦੇ ਵਿੱਚ ਰਹਿੰਦੇ ਆ ਤੇ ਗੱਲਾਂ ਬਹੁਤ ਤੇ ਮਾਰਦੇ ਆ। ਡਾਕਟਰ ਸਾਹਿਬ ਇੱਥੇ ਸਵਾਲ ਹੈ ਕਿ ਜਦੋਂ ਮਨਪ੍ਰੀਤ ਬਾਦਲ ਹੋਰਾਂ ਦਾ ਤੁਸੀਂ ਨਾਮ ਲੈ ਰਹੇ ਹੋ ਕਿ ਜਦੋਂ
ਐਮਐਲਏਸ ਦੀ ਜਿਹੜੀ ਤਨਖਾਹ ਆ ਜਾਂ ਫਿਰ ਐਮਐਲਏ ਦੀ ਜਿਹੜੀ ਪੈਨਸ਼ਨ ਆ ਉਹ ਵਧਾਈ ਜਾਂਦੀ ਆ ਤੇ ਡਾਕਟਰਾਂ ਦੇ ਜਿਹੜੇ ਭੱਤੇ ਨੇ ਉਹ ਘਟਾਏ ਜਾਂਦੇ ਨੇ, ਹੋਰ ਜ਼ਿਆਦਾ ਕੱਟੇ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਇਸ ਤਰ੍ਹਾਂ ਕਿਉਂ ਕਰ ਰਹੀ ਹੈ? ਜੇ ਸਰਕਾਰ ਇਸ ਤਰ੍ਹਾਂ ਕਰ ਵੀ ਰਹੀ ਆ, ਤਾਂ ਇਹਦੇ ਵਿੱਚ ਫਿਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਕੀ ਰੋਲ ਮੰਨਦੇ ਹੋ? ਅਮਰਿੰਦਰ ਸਿੰਘ ਜੀ ਦੀ ਜਿਹੜੀ ਗੱਲ ਹੈ ਨਾ, ਉਹ ਤਾਂ ਐ ਲੈ ਲਈਏ ਵੀ ਉਹ ਇੱਕ ਆਪਣੀ ਹੀ ਦੁਨੀਆ ਦੇ ਵਿੱਚ ਮਸਤ ਨੇ। ਕਈ ਵਾਰੀ ਜੀ, ਇਦਾਂ ਵੀ ਕਹਿ ਦਿੰਦੇ ਵੀ ਉਹ ਨਵਾਬ ਸਾਹਿਬ ਨੇ ਤੇ ਨਵਾਬਾਂ ਵਾਲੀਆਂ ਹੀ ਉਹਨਾਂ ਦੀਆਂ ਆਦਤਾਂ ਨੇ ਤੇ ਜੀ, ਉਹ ਆਮ ਲੋਕਾਂ ਨੂੰ ਅਵੇਲੇਬਲ ਨਹੀਂ ਹੈਗੇ ਤੇ ਸਿਰਫ ਅਖਬਾਰਾਂ ਦੇ ਵਿੱਚ ਉਹਨਾਂ ਦੇ ਬਿਆਨ ਆਉਂਦੇ ਨੇ। ਈਵਨ ਇੱਥੋਂ ਤੱਕ ਵੀ ਗੱਲ ਉੱਠਦੀ ਆ ਵੀ ਇਹਨਾਂ ਦੇ ਖੁਦ ਐਮਐਲਏ ਅਤੇ ਮੰਤਰੀ ਇਹ ਰੌਲਾ ਪਾਉਂਦੇ ਨੇ ਕਿ ਕੈਪਟਨ ਸਾਹਿਬ ਨੂੰ ਅਸੀਂ ਮਿਲਣ ਜਾਈਏ ਤੇ ਕੈਪਟਨ ਮਿਲਦੇ ਹੀ ਨਹੀਂ ਹੈਗੇ ਤੇ ਜੀ, ਉਹਨਾਂ ਨੂੰ ਰਿਐਲਿਟੀ ਦਾ ਪਤਾ ਹੀ ਨਹੀਂ ਹੈ ਵੀ ਕੀ ਕੀ ਕੁਝ ਚੱਲ ਰਿਹਾ। ਤੇ ਪਿਛਲੇ ਦਿਨਾਂ ਤੋਂ ਤਾਂ ਇਹਨਾਂ ਦਾ ਜਿਹੜਾ ਹੋਰ ਕਾਟੋ ਕਲੇਸ਼ ਨਵਜੋਤ ਸਿੱਧੂ ਜੀ ਨਾਲ ਚੱਲ ਰਿਹਾ, ਹੋਰ ਇਹਨਾਂ ਦਾ ਆਪਸੀ ਕਾਟੋ ਕਲੇਸ਼ ਚੱਲ ਰਿਹਾ। ਮੈਂ ਇਹ ਕਹਿਣਾ ਚਾਹਾਂਗਾ ਕਿ ਇਹਦੇ ਵਿੱਚ ਜਿਹੜਾ ਕੈਪਟਨ ਸਾਹਿਬ ਹੈਗੇ ਨੇ ਉਹਨਾਂ ਦਾ ਸ਼ਾਇਦ ਸਿੱਧਾ ਰੋਲ ਨਹੀਂ ਵੀ ਹੈਗਾ। ਇੱਥੇ ਜਿਹੜੀ ਜਿਹੜੀ ਜ਼ਿਆਦਾ ਵੱਡੀ ਸ਼ਰਾਰਤ ਹੈਗੀ ਆ ਉਹ ਮਨਪ੍ਰੀਤ ਬਾਦਲ ਵੱਲੋਂ ਕੀਤੀ ਜਾ ਰਹੀ ਆ ਤੇ ਉਹੀ ਇਹਦੇ ਲਈ ਕਲਪ੍ਰਿਟ ਹੈਗੇ ਆ ਜੀ। ਤੇ ਡਾਕਟਰ ਸਾਹਿਬ ਫਿਰ ਜਿਸ ਤਰ੍ਹਾਂ ਤੁਸੀਂ ਚਲੋ ਮਨਪ੍ਰੀਤ ਨੂੰ ਸਿੱਧਾ-ਸਿੱਧਾ ਟਾਰਗੇਟ ਕਰ ਰਹੇ ਹੋ, ਠੀਕ ਹੈ ਮਨਪ੍ਰੀਤ ਬਾਦਲ ਇਸ ਟਾਈਮ ਮੌਕੇ ਦੇ ਖਜ਼ਾਨਾ ਮੰਤਰੀ ਨੇ, ਵਿੱਤ ਮੰਤਰੀ ਨੇ, ਤੇ ਤੁਸੀਂ ਆਪਣੇ ਲੈਵਲ ਤੇ ਕੀ ਕਹਿਣਾ ਚਾਹੋਗੇ ਫਿਰ ਇਸ ਚੀਜ਼ ਦਾ ਹੱਲ ਹੋ ਕੀ ਸਕਦਾ ਹੈ? ਦੇਖੋ ਜਿਹੜੀ ਹੱਲ ਵਾਲੀ ਗੱਲ ਆ ਉਹ ਇਹ ਆ ਵੀ ਅਸੀਂ ਜਿਹੜਾ ਵੀ ਸਰਕਾਰ ਦਾ ਕੋਈ ਕੰਮ ਚੱਲਦਾ ਉਹ ਮੁਲਾਜ਼ਮ ਕਰਦੇ ਆ। ਸਰਕਾਰ ਜੀ, ਸਕੀਮਾਂ ਬਣਾਉਂਦੀ ਆ, ਉਹਨਾਂ ਨੂੰ ਇੰਪਲੀਮੈਂਟ ਮੁਲਾਜ਼ਮਾਂ ਨੇ ਕਰਨਾ ਹੁੰਦਾ। ਜੇ ਸਾਡੇ ਕੋਲੇ ਮੁਲਾਜ਼ਮ ਨਹੀਂ ਹੋਣਗੇ ਜਾਂ ਏਦਾਂ ਲੈ ਲਈਏ ਵੀ ਜੇ ਮੁਲਾਜ਼ਮ ਹੋਣਗੇ ਵੀ ਤਾਂ ਵੀ ਉਹ ਅੱਧ-ਪਚੱਧੇ ਮਨ ਦੇ ਨਾਲ ਕੰਮ ਕਰਨਗੇ ਤੇ ਵਰਕ ਨਹੀਂ ਹੋਏਗਾ। ਏਦਾਂ ਲੈ ਲਈਏ ਵੀ ਐਮਐਲਏ ਨੇ ਸਕੀਮਾਂ ਲਿਆਂਦੀਆਂ, ਮੰਤਰੀਆਂ ਨੇ ਪਾਸ ਕਰ ਦਿੱਤੀਆਂ। ਜੇ ਉਹਦੇ ਲਈ ਜਿਹੜੇ ਮੁਲਾਜ਼ਮ ਹੈਗੇ ਨੇ ਅਵੇਲੇਬਲ ਨਹੀਂ ਹੋਣਗੇ ਜਾਂ ਉਹ ਛੱਡ ਕੇ ਜਾਈ ਜਾਣਗੇ ਤੇ ਕਿੱਥੇ ਕੰਮ ਹੋਏਗਾ। ਪਿਛਲੇ ਜੀ, ਦਿਨਾਂ ਦੀ ਗੱਲ ਆ ਪਿਛਲੇ ਦਿਨਾਂ ਦੀ ਗੱਲ ਆ ਕਿ ਸਾਡੇ ਅਸੀਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਦੇਖੀਏ, ਸਾਡੇ ਜਿੰਨੇ ਕੁ ਡਾਕਟਰ ਆ ਕੇ ਜੁਆਇਨ ਕਰਦੇ ਆ ਹਰ ਸਾਲ, ਉਨੇ ਕੁ ਡਾਕਟਰ ਜੌਬਸ ਨੂੰ ਛੱਡ ਕੇ ਫੋਰਨ ਵੱਲ ਚਲੇ ਜਾਂਦੇ ਆ। ਕੋਈ ਜੀ, ਕੈਨੇਡਾ, ਅਮਰੀਕਾ ਵੱਲ ਨੂੰ ਚਲੇ ਜਾਂਦੇ ਨੇ ਕਿ ਬੈਟਰ ਥਾਵਾਂ ਦੇ ਲਈ ਚਲੇ ਜਾਂਦੇ ਨੇ। ਇਸੇ ਤਰੀਕੇ ਨਾਲ ਅਸੀਂ ਐਮਬੀਬੀਐਸ ਦੀ ਗੱਲ ਕਰੀਏ, ਹੈਲਥ ਦੇ ਵਿੱਚ ਗੱਲ ਕਰੀਏ, ਸਰਕਾਰ ਬਾਰ-ਬਾਰ ਪੋਸਟਾਂ ਨੂੰ ਐਡਵਰਟਾਈਜ਼ ਕਰ ਰਹੀ ਆ, ਲੇਕਿਨ ਡਾਕਟਰ ਆ ਕੇ ਜੁਆਇਨ ਨਹੀਂ ਕਰ ਰਹੇ। ਉਹਦਾ ਰੀਜ਼ਨ ਕੀ ਆ? ਉਹਨਾਂ ਨੂੰ ਲੱਗਦਾ ਕਿ ਇਹਦੇ ਵਿੱਚ ਲੱਗਣਾ ਇੱਕ ਤਰੀਕੇ ਨਾਲ ਉਹਨਾਂ ਦਾ ਸ਼ਾਇਦ ਉਹਦੇ ਵਿੱਚ ਗਰੋਥ ਨਹੀਂ ਹੋਏਗਾ। ਜੀ, ਇਸ ਕਰਕੇ ਉਹ ਇਹਦੇ ਵਿੱਚ ਆਪਟ ਹੀ ਨਹੀਂ ਕਰ ਰਹੇ ਤੇ ਉਹ ਆ ਹੀ ਨਹੀਂ ਰਹੇ। ਜੀ। ਜੀ। ਜੀ, ਡਾਕਟਰ ਸਾਹਿਬ ਫਿਰ ਜਾਂਦੇ-ਜਾਂਦੇ ਸਾਡੇ ਦਰਸ਼ਕਾਂ ਨੂੰ ਇੱਕ ਸੁਨੇਹਾ ਕੀ ਦੇਣਾ ਚਾਹੋਗੇ ਕਿ ਇਸ ਚੀਜ਼ ਦਾ ਜਿਹੜਾ ਹੱਲ ਵੀ ਨਿਕਲ ਜੇ ਤੇ ਅੱਗੇ ਨੂੰ ਇਹ ਜਿਹੜੀ ਪ੍ਰੋਬਲਮਸ ਨੇ ਇਸ ਤਰ੍ਹਾਂ ਦੀਆਂ ਸਾਨੂੰ ਫੇਸ ਨਾ ਕਰਨੀਆਂ ਪੈਣ? ਉਹਦੇ ਲਈ ਧਨਵੰਤ ਜੀ ਏਦਾਂ ਹੈਗਾ ਵੀ ਮੇਰੇ ਸੁਨੇਹੇ ਜਿਹੜੇ ਹੈਗੇ ਨੇ ਉਹ 2 ਤਰ੍ਹਾਂ ਦੇ ਸੁਨੇਹੇ ਨੇ। ਇੱਕ ਤਾਂ ਸਾਡੇ ਡਾਕਟਰਾਂ ਲਈ ਸੁਨੇਹਾ, ਇੱਕ ਸਾਡੇ ਆਮ ਜਿਹੜਾ ਮੁਲਾਜ਼ਮ ਵਰਗ ਹੈਗਾ ਉਹਨਾਂ ਲਈ ਸੁਨੇਹਾ। ਜੀ, ਸਾਡੇ ਡਾਕਟਰਾਂ ਲਈ ਸੁਨੇਹਾ ਮੇਰਾ ਇਹ ਆ ਕਿ ਅਸੀਂ ਜੋਬਸ ਦੇ ਉੱਪਰ ਆਉਣੇ ਆ। ਅਸੀਂ ਆਪਣਾ ਸਮਾਂ, ਆਪਣੀ ਐਨਰਜੀ ਸਰਕਾਰ ਦੇ ਕੋਲੇ ਇੱਕ ਤਰੀਕੇ ਨਾਲ ਰੱਖ ਦਿੰਦੇ ਆ ਕਿ ਅਸੀਂ ਤੁਹਾਡੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਉਹ ਦੇਵਾਂਗੇ। ਲੇਕਿਨ ਜੀ, ਨਾਲ ਦੀ ਨਾਲ ਬਹੁਤ ਸਾਰੀਆਂ ਕਾਲੀਆਂ ਭੇਡਾਂ ਏਦਾਂ ਦੀ ਵੀ ਹੈਗੀਆਂ ਨੇ ਜਿਨ੍ਹਾਂ ਨੇ ਨੌਕਰੀਆਂ ਜ਼ਰੂਰ ਜੁਆਇਨ ਕੀਤੀਆਂ ਹੋਈਆਂ, ਲੇਕਿਨ ਉਹ ਪ੍ਰੋਪਰ ਵੇ ਨਾਲ ਨੌਕਰੀਆਂ ਨਹੀਂ ਕਰ ਰਹੇ, ਲੋਕਾਂ ਨੂੰ ਸੇਵਾ ਨਹੀਂ ਦੇ ਰਹੇ। ਥੋੜ੍ਹੇ ਜਿਹੇ ਲੋਕ ਨੇ ਉਹ ਤੇ ਉਹਨਾਂ ਦੇ ਕਰਕੇ ਜਿਹੜਾ ਵਰਗ ਹੈਗਾ ਉਹ ਸਾਰਾ ਬਦਨਾਮ ਹੁੰਦਾ। ਦੇਖੋ ਜੀ ਡਾਕਟਰ ਨੌਕਰੀਆਂ ਤੇ ਨਹੀਂ ਆਉਂਦੇ, ਕੱਲੇ ਡਾਕਟਰਾਂ ਦੀ ਗੱਲ ਨਹੀਂ ਹੈਗੀ, ਸਾਰੇ ਮੁਲਾਜ਼ਮਾਂ ਦੀ ਗੱਲ ਆ ਤੇ ਆਮ ਜਨਤਾ ਦੇ ਵਿੱਚ ਇਹ ਇੱਕ ਹੈ ਰੁਝਾਨ ਕਿ ਦੇਖੋ ਜੀ ਜੇ ਕੰਮ ਨਹੀਂ ਕਰਨਾ ਸਰਕਾਰੀ ਜੋਬ ਜੁਆਇਨ ਕਰ ਲਓ। ਹਾਂ, ਇਹ ਜੀ, ਜਿਹੜਾ ਮਾਈਂਡਸੈਟ ਆ, ਇਸ ਮਾਈਂਡਸੈਟ ਨੂੰ ਬਦਲਣ ਦੀ ਲੋੜ ਆ। ਉਸ ਤੋਂ ਬਿਨਾਂ ਕੁਛ ਡਾਕਟਰਸ ਏਦਾਂ ਦੇ ਵੀ ਨੇ, ਸਾਨੂੰ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਆਉਂਦੀਆਂ ਤੇ ਉਸ ਤੋਂ ਬਿਨਾਂ ਜਿਹੜਾ ਬੇਸਿਕਸ ਇਨਫਰਾਸਟਰਕਚਰ ਹੈਗਾ ਉਹ ਵੀ ਪ੍ਰੋਪਰ ਵੇ ਨਾਲ ਅਵੇਲੇਬਲ ਨਹੀਂ ਹੈ। ਬਹੁਤ ਸਾਰੇ ਡਾਕਟਰਸ ਇਹ ਵੀ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਆਪਣੀਆਂ ਜੇਬਾਂ ਦੇ ਵਿੱਚੋਂ ਦਸਵੰਧ ਕੱਢਦੇ ਹੋਏ ਉਹ ਸਾਰੇ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਦੇ ਨੇ। ਇਸ ਕਰਕੇ ਮੇਰਾ ਜਿਹੜਾ ਸੱਦਾ ਹੈ, ਸੁਨੇਹਾ ਹੈ ਸਾਡੇ ਡਾਕਟਰ ਵਰਗ ਲਈ ਉਹ ਇਹ ਹੈ ਕਿ ਅਸੀਂ ਜਿਹੜਾ ਸਾਨੂੰ ਕੰਮ ਸੌਂਪਿਆ ਗਿਆ ਜਾਂ ਐ ਲੈ ਲਈਏ ਅਸੀਂ ਜਿਹੜਾ ਕੰਮ ਖੁਦ ਲਿਆ ਹੋਇਆ, ਅਸੀਂ ਉਹਦੇ ਪ੍ਰਤੀ ਇਮਾਨਦਾਰ ਰਹੀਏ, ਲੋਕਾਂ ਨੂੰ ਸੇਵਾਵਾਂ ਦਈਏ ਤੇ ਜੇ ਲੋਕਾਂ ਨੂੰ ਅਸੀਂ ਸੇਵਾਵਾਂ ਦਵਾਂਗੇ ਪ੍ਰੋਪਰ ਵੇ ਨਾਲ ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ। ਜੇ ਲੋਕ ਜੀ, ਤੁਹਾਡੇ ਨਾਲ ਖੜਨਗੇ ਤਾਂ ਜਿਹੜੀ ਸਰਕਾਰ ਹੈਗੀ ਆ ਉਹ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਤੁਹਾਡਾ ਐਕਸਪਲੋਇਟੇਸ਼ਨ ਨਹੀਂ ਕਰ ਸਕਦੀ। ਇੱਕ ਤਾਂ ਮੇਰਾ ਇਹ ਸੱਦਾ ਕਿ ਅਸੀਂ ਪ੍ਰੋਪਰ ਵੇ ਨਾਲ ਸਰਵਿਸਿਜ਼ ਦੇਣਾ ਸ਼ੁਰੂ ਕਰੀਏ। ਦੂਸਰਾ ਮੇਰਾ ਜੀ, ਸੱਦਾ ਹੈ ਕਿ ਜਿੱਥੇ ਵੀ ਕੋਈ ਗਲਤ ਹੁੰਦਾ, ਚਾਹੇ ਉਹ ਤੁਹਾਡੇ ਜੌਬਸ ਦੇ ਨਾਲ ਲਿੰਕਡ ਹੈਗਾ, ਚਾਹੇ ਸਮਾਜ ਦੇ ਕਿਸੇ ਵੀ ਵਰਗ ਦੇ ਨਾਲ ਲਿੰਕਡ ਹੈਗਾ,
ਅਸੀਂ ਉਸ ਥਾਂ ਦੇ ਉੱਪਰ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕਰੀਏ। ਆਵਾਜ਼ ਜੀ, ਚੁੱਕਣੀ ਸ਼ੁਰੂ ਕਰੀਏ ਤੇ ਉਸ ਤੋਂ ਬਿਨਾਂ ਅਸੀਂ ਇਕੱਠੇ ਹੋਈਏ, ਅਸੀਂ ਇਕੱਤਰ ਹੋਈਏ, ਕਿਉਂਕਿ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਤੁਹਾਨੂੰ ਕੋਈ ਨਹੀਂ ਹਿਲਾ ਸਕਦਾ। ਇਸ ਵੇਲੇ ਵੀ ਸਾਡੀ ਪੰਜਾਬ ਗਵਰਨਮੈਂਟ ਡਾਕਟਰਜ਼ ਜੁਆਇੰਟ ਫਰੰਟ ਬਣਿਆ ਹੋਇਆ, ਜਿਹਦੇ ਰਹਿਬਰੀ ਦੇ ਵਿੱਚ ਇਹ ਜਿਹੜਾ ਸੰਘਰਸ਼ ਚੱਲ ਰਿਹਾ, ਤੇ ਇਸ ਦੇ ਵਿੱਚ ਕਿਉਂਕਿ ਅਸੀਂ ਇਕੱਠੇ ਆ, ਸਰਕਾਰ ਝੁਕ ਰਹੀ ਆ, ਲੋਕਾਂ ਨੂੰ ਵੀ ਲੱਗ ਰਿਹਾ ਇਹਨਾਂ ਨਾਲ ਧੱਕਾ ਹੋ ਰਿਹਾ, ਤੇ ਸਾਨੂੰ ਲੱਗਦਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਸੋਲਵ ਹੋ ਜਾਵੇ। ਉਹ ਤਾਂ ਹੀ ਸੋਲਵ ਹੋ ਪਾਏਗਾ ਜੇ ਅਸੀਂ ਯੂਨਾਈਟਿਡ ਹੈਗੇ ਆ, ਜੇ ਅਸੀਂ ਇਕੱਠੇ ਹੈਗੇ ਆ ਜੀ। ਜੀ। ਡਾਕਟਰ ਸਾਹਿਬ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਲਈ ਤੇ ਆਪਣਾ ਮਸਲਾ ਆ ਜਿਹੜਾ ਉਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਰੱਖ ਸਕੇ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਹਾਂ, ਸ਼ੁਕਰੀਆ, ਧੰਨਵਾਦ। ਸੋ ਦੋਸਤੋ ਇਹ ਸੀ ਜੀ ਡਾਕਟਰ ਅਬਦੁਲ ਮਜੀਦ ਆਜ਼ਾਦ, ਜਿਹੜੇ ਕਿ ਸਾਡੇ ਨਾਲ ਚੰਡੀਗੜ੍ਹ ਤੋਂ ਜੁੜੇ ਸੀ ਲਾਈਵ ਫੋਨ ਕਾਲ ਤੇ। ਕਿਉਂਕਿ ਜਿਹੜੇ ਸਮਾਜ ਦੇ ਵਿੱਚ ਮਸਲੇ ਚੱਲ ਰਹੇ ਨੇ ਉਹਨਾਂ ਨੂੰ ਲਗਾਤਾਰ ਉਠਾਉਂਦੇ ਰਹਿਣਾ ਸਾਡਾ ਹੱਕ ਬਣਦਾ ਹੈ, ਤੇ ਤੁਹਾਡਾ ਹੱਕ ਬਣਦਾ ਕਿ ਸਾਡੇ ਇਸ ਜਿਹੜੀ ਚਰਚਾ ਆ ਉਹਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣਾ, ਆਪਣੀ ਰਾਏ ਦੇਣਾ। ਤੋ ਤੁਸੀਂ ਆਪਣੀ ਜਿਹੜੀ ਪ੍ਰਤੀਕਿਰਿਆ ਉਹ ਸਾਡੇ ਕਮੈਂਟ ਬਾਕਸ 'ਚ ਦੇ ਸਕਦੇ ਹੋ। ਸੋ ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।